ਮੈਨੂੰ ਤਾਂ ਵੈਸੇ ਸਿਆਸੀ ਪਾਰਟੀਆਂ ਨੇ ਮਾਰ ਹੀ ਦਿੱਤਾ ਸੀ। 10-12 ਸਾਲ ਚੰਗਾ ਰੂਹ ਨਾ ਰੋਲਿਆ। ਅਗਰ ਮੈਨੂੰ ਜ਼ਿੰਦਾ ਕੀਤਾ ਤੇ ਮੋਦੀ ਸਾਹਿਬ ਨੇ ਕੀਤਾ, ਬੀਜੇਪੀ ਨੇ ਕੀਤਾ। ਸੁਣਨ 'ਚ ਇਹ ਵੀ ਆ ਰਿਹਾ ਕਿ ਮੋਦੀ ਸਾਹਿਬ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਗੱਫੇ ਵੰਡਣ ਜਾ ਰਹੇ ਨੇ ਕੁਝ ਵੱਡੇ। ਇਹ ਵੀ ਗੱਲ ਚੱਲ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਆ ਰਿਹਾ। ਕੁਛ ਵੀ ਮਿਲੇ, ਮੈਂ ਤਾਂ ਕਹਿੰਦਾ ਚੰਡੀਗੜ੍ਹ ਹੈ ਹੀ ਪੰਜਾਬ ਦਾ ਸੀ। ਤੁੱਕੀ ਦਾ ਬੰਦਾ ਹੁੰਦਾ, ਉਹ ਪਤਾ ਨਹੀਂ ਕਿੱਦਾਂ ਅਰਬਾਪਤੀ ਬਣ ਜਾਂਦਾ। ਕੋਈ ਕਿਸੇ ਨੂੰ ਚੋਰ ਕਹਿ ਰਿਹਾ, ਉਹ ਕਹਿੰਦਾ ਤੂੰ ਚੋਰ, ਉਹ ਕਹਿੰਦਾ ਤੇਰਾ ਪੇ ਚੋਰ, ਉਹ ਕਹਿੰਦਾ ਤੇਰਾ ਦਾਦਾ ਵੀ ਚੋਰ। ਜੀ ਹੁਣ ਤਾਂ ਬਹੁਤ ਨੀਵੇਂ ਸਤਰ 'ਤੇ ਬੋਲ ਰਿਹਾ ਇੱਕ ਦੂਜੇ ਨਾਲ। ਜਦੋਂ ਤੁਸੀਂ ਗਾਇਕੀ ਦੇ ਅੰਦਰ ਸੀ, ਉੱਥੇ ਤਾੜੀਆਂ ਦੇ ਨਾਲ ਬੰਦੇ ਨਵਾਜਦੇ ਨੇ, ਹਾਂਜੀ। ਪਰ ਰਾਜਨੀਤੀ 'ਚ ਆਉਣ ਦੇ ਨਾਲ ਖੱਟੀਆਂ ਮਿੱਠੀਆਂ ਵੀ ਸੁਣਨੀਆਂ ਪੈਂਦੀਆਂ ਵਿਰੋਧੀਆਂ ਦੀਆਂ। ਜੀ, ਕਦੀ ਮਨ ਦੇ ਵਿੱਚ ਆਇਆ ਤੁਹਾਨੂੰ ਕਿ ਗਲਤੀ ਹੋ ਗਈ, ਆਉਣਾ ਨਹੀਂ ਸੀ ਚਾਹੀਦਾ? ਕਦੀ ਵੀ? ਕਦੀ ਨਹੀਂ। ਜਿੱਥੋਂ ਮੈਂ ਚੁਣਿਆ ਗਿਆ ਉੱਥੇ ਹੁਣ ਵੀ ਤਾੜੀਆਂ ਹੀ ਵੱਜਦੀਆਂ, ਕੋਈ ਮਲਾਲ ਨਹੀਂ ਮੈਨੂੰ। ਉਹ ਕਹਿੰਦਾ ਆਈ ਹੇਟ ਯੂ, ਅਗਲਾ ਕਹਿੰਦਾ ਆਈ ਲਵ ਯੂ। ਨਾ ਅਸੀਂ ਪਾਣੀ ਬਚਾ ਸਕੇ, ਨਾ ਜਵਾਨੀ ਬਚਾ ਸਕੇ। ਜੋਬਸ ਸਾਡੇ ਕੋਲ ਨਹੀਂ ਹੈ। ਬੱਚੇ ਧੀਆਂ ਭੈਣਾਂ ਟੈਂਕੀਆਂ 'ਤੇ ਚੜੀਆਂ, ਕੋਈ ਕਿਤੇ ਡਾਂਗਾ ਮਾਰ ਰਿਹਾ, ਕੋਈ ਖਾ ਰਿਹਾ, ਕੋਈ ਗਾਲੀ ਗਲੋਚ ਕਰੀ ਜਾ ਰਿਹਾ। ਕੀ ਲੱਗਦਾ ਹੈ ਤੁਹਾਡੀ ਪਾਰਟੀ ਇਹ ਸਾਰੀਆਂ ਚੀਜ਼ਾਂ ਜਿਹੜੇ ਇਸ਼ੂ ਤੁਸੀਂ ਗਿਣਾ ਰਹੇ ਹੋ ਖਰੀ ਉਤਰ ਸਕਦੀ ਹੈ? ਮਾਫੀ ਮੰਗਣਾ ਪ੍ਰਾਈਮ ਮਿਨਿਸਟਰ ਦਾ, ਇਹ ਕਿੱਡੀ ਵੱਡੀ ਗੱਲ ਹੈ ਕਿ ਮੈਂ ਭਲੇ ਲਈ ਕੋਈ ਕਾਨੂੰਨ ਬਣਾਏ ਸੀ। ਸਮਝਣ ਤੇ ਸਮਝਾਉਣ ਵਿੱਚ ਜੇ ਕੋਈ ਗਲਤੀ ਰਹਿ ਗਈ ਹੈ ਤਾਂ ਮੈਂ ਮਾਫੀ ਮੰਗਦਾ। ਪਰ ਕਈ ਕਹਿੰਦੇ ਵੀ ਚੋਣਾਂ ਆ ਰਹੀਆਂ ਸੀ ਨੇੜੇ, ਤਾਂ ਕਰਕੇ ਵਾਪਸ ਲਏ ਨੇ ਕਿ ਸਾਨੂੰ ਕਿਤੇ ਡੈਂਟ ਨਾ ਵੱਜ ਜਾਵੇ। ਕੀ ਲੱਗਦਾ ਕਿ ਹੁਣ 84 ਤੋਂ ਬਾਅਦ ਕਿੰਨੀਆਂ ਚੋਣਾਂ ਆਈਆਂ, ਕਿੰਨਿਆਂ ਕੁ ਨੇ ਆ ਕੇ ਨੱਕ ਰਗੜਿਆ ਇੱਥੇ। ਉਸ ਬੰਦੇ ਨੇ ਘੁੰਮ ਕੇ ਪੂਰੀ ਦੁਨੀਆ ਦੇ ਵਿੱਚ ਸੁਰੱਖਿਆ ਬਾੜ ਕੀਤੀ ਆ। ਫਿਰ ਉਹਦੀ ਛਵੀ ਇਦਾਂ ਦੀ ਬਣੀ ਆ ਕਿ ਜਿਹੜਾ ਮੇਰੇ ਦੇਸ਼ ਵੱਲ ਅੱਖ ਮੈਲੀ ਕਰੂਗਾ ਉਹਦੀ ਅੱਖ ਸਲਾਮਤ ਨਹੀਂ ਰਹੂਗੀ। ਦੂਜੇ ਸਿੱਖਾਂ ਬਾਰੇ ਉਹਨਾਂ ਨੇ ਕਦੀ ਬੁਰਾ ਨਹੀਂ ਸੋਚਿਆ। ਬਹੁਤ ਸਾਰੇ ਵੱਡੇ ਚਿਹਰੇ ਬੀਜੇਪੀ 'ਚ ਆਏ ਵੀ ਨੇ, ਹੋਰ ਆਉਣਗੇ। ਮੈਨੂੰ ਫੋਨ ਸੁਣਨੇ ਮੁਸ਼ਕਿਲ ਹੋ ਗਿਆ। ਇੰਨੇ ਵੱਡੇ ਬੰਦਿਆਂ ਦੇ ਫੋਨ ਆ ਰਹੇ ਆ। ਅੱਛਾ। ਸਾਬਕਾ ਵਜ਼ੀਰਾਂ ਦੇ, ਮਿਨਿਸਟਰ ਵੀ ਉਹ ਬੀਜੇਪੀ 'ਚ ਆਉਣ ਨੂੰ ਕਰ। ਯੈਸ। ਸਤਿ ਸ਼੍ਰੀ ਅਕਾਲ, ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਹੋ। ਮੈਂ ਹਾਂ ਅਮਰੀਕ ਟੁਰਨਾ। ਪੰਜਾਬ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਪਾਰਟੀਆਂ ਆਪਣੀ ਅੱਡੀ ਚੋਟੀ ਤੱਕ ਜ਼ੋਰ ਲਾ ਰਹੀਆਂ। ਸਾਡੇ ਨਾਲ ਅੱਜ ਬੀਜੇਪੀ ਤੋਂ ਹੰਸਰਾਜ ਹੰਸ ਜੀ ਨੇ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਪੰਜਾਬ 'ਚ ਕਿਹੜੇ ਮੈਨੀਫੈਸਟੋ 'ਤੇ ਜਾਂ ਕਿਹੜੀਆਂ ਗਰੰਟੀਆਂ 'ਤੇ ਉਹਨਾਂ ਦੀ ਪਾਰਟੀ ਚੋਣ ਲੜਨ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਹੰਸ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਕਿਵੇਂ? ਦੇਸ਼ ਵਿੱਚ ਬੈਠੇ ਆ, ਦੇਸ਼ ਵਾਸੀਆਂ ਨੂੰ ਵੀ ਤੇ ਪਰਦੇਸੀਆਂ ਨੂੰ ਵੀ, ਜਿੱਥੇ ਜਿੱਥੇ ਤੁਹਾਡਾ ਚੈਨਲ ਦੇਖਿਆ ਜਾਂਦਾ, ਤੁਹਾਡੇ ਵਿਊਵਰਸ ਨੂੰ ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਫਸਟ ਕਲਾਸ। ਬੜੇ ਬਿਜ਼ੀ ਚੱਲ ਰਹੇ ਹੋ ਨਾ ਅੱਜ ਕੱਲ੍ਹ। ਹਾਂ, ਅੱਜ ਥੋੜਾ ਇਲੈਕਸ਼ਨ ਚ ਹੁੰਦਾ ਹੀ ਹੈ। ਕਿਵੇਂ ਵੇਖਦੇ ਹੋ ਫਿਰ ਇਲੈਕਸ਼ਨ? ਪੂਰਾ ਮੈਦਾਨ ਭਖਿਆ ਪਿਆ, ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ, ਤੁਹਾਡੀ ਵੀ ਪਾਰਟੀ ਲੱਗੀ ਪਈ ਹੈ। ਕਿਵੇਂ ਵੇਖਦੇ ਹੋ ਇਸ ਪੂਰੇ ਮੁਕਾਬਲੇ ਨੂੰ? ਮੈਂ ਇਸ ਤਰ੍ਹਾਂ ਵੇਖਦਾ ਕਿ ਆਪੋ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖਣ ਦੀ ਲੀਡਰ ਤੇ ਪਾਰਟੀ ਦੇ ਕਾਰਕੁਨ ਰੱਖ ਰਹੇ ਆ ਜੀ। ਔਰ ਜੋ ਉਹਨਾਂ ਦੀ ਡਿਊਟੀ ਹੁੰਦੀ ਹੈ, ਅੱਗੇ ਜੋ ਪਬਲਿਕ, ਜੋ ਜਨਤਾ ਦੀ ਮੌਜ ਆ ਜਾਂ ਸਾਹਿਬ ਹੱਥ ਵਡਿਆਈਆਂ, ਜਿੱਦਾਂ ਜਿਹਦੇ ਸਿਰ 'ਤੇ ਤਖਤ ਤਾਜ ਸੱਜਣਾ, ਇਹ ਮਾਲਕ ਨੇ ਪਹਿਲਾਂ ਹੀ ਵੈਸੇ ਤੈਅ ਹੀ ਕੀਤਾ ਹੁੰਦਾ ਜੀ। ਮੇਰੇ ਹਿਸਾਬ ਨਾਲ ਮਿਹਨਤ ਕਰਨੀ ਚਾਹੀਦੀ, ਐਫਰਟਸ ਕਰਨੇ ਚਾਹੀਦੇ ਆ ਜੀ। ਓਨੈਸਟਲੀ ਜਿਹੜੇ ਕੰਮ ਸ਼ਮ ਕੀਤੇ ਹੁੰਦੇ ਉਹ ਵੀ ਲੋਕਾਂ ਨੂੰ ਯਾਦ ਹੁੰਦੇ, ਜਿਹੜੇ ਨਹੀਂ ਕੀਤੇ ਹੁੰਦੇ ਲਾਰਿਆਂ ਦੀ ਸ਼ਕਲ 'ਚ ਰਹਿ ਜਾਂਦੇ ਆ, ਉਹ ਵੀ ਲੋਕੀ ਯਾਦ ਰੱਖਦੇ ਆ। ਲੋਕੀ ਸਿਆਣੇ ਆ ਬਹੁਤ ਹੁਣ ਹੋ ਗਏ। ਬਿਲਕੁਲ। ਰਾਜਨੀਤੀ 'ਚ ਫਰਕ ਤਾਂ ਪਿਆ, ਲੋਕ ਸਵਾਲ ਕਰਨ ਲੱਗੇ ਨੇ। ਹਾਂਜੀ, ਲੋਕੀ ਸਵਾਲ ਕਰਨ ਲੱਗੇ, ਜਾਗਰੂਕਤਾ ਆਈ ਆ। ਤੇ ਬਸ ਆ ਧਰਮਾਂ ਤੋਂ, ਜਾਤਾਂ ਤੋਂ, ਗਰੁੱਪਾਂ ਤੋਂ, ਈਵਨ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਹੁਣ ਜਿਸ ਹਾਲਤ ਵਿੱਚ ਪੰਜਾਬ ਆ, ਤੇ ਬਸ ਸਭ ਤੋਂ ਵੱਡੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਹੀ ਹੈ। ਉਹਨਾਂ ਦੀ ਕਿਰਪਾ ਹੀ ਆ। ਉਹਨਾਂ ਦਾ ਖਿਆਲ ਕਰਕੇ, ਉਹਨਾਂ ਦਾ ਧਿਆਨ ਧਰ ਕੇ, ਮੈਂ ਤਾਂ ਕਹਿੰਦਾ ਸਾਰੇ ਹੀ ਸਲਾਹ ਕਰ ਲੈਣ ਕਿ ਕਰੀਏ ਸੂਬਾ ਬਚਾ ਲਈਏ। ਤੇ ਕਿਉਂਕਿ ਸਭ ਤੋਂ ਆਪਾਂ ਪਿੱਛੇ ਰਹਿ ਗਏ, ਸਭ ਤੋਂ ਪਿੱਛੇ ਆ ਆਪਾਂ, ਜਿਹੜਾ ਕਿ ਸਭ ਤੋਂ ਅੱਗੇ ਸੀ। ਤਾਂ ਪੰਜਾਬ ਦੀ ਨੁਹਾਰ ਬਦਲਣ ਦੀ ਸਾਰੇ ਲੱਗੇ ਪਏ ਨੇ ਵੀ ਅਸੀਂ ਪੰਜਾਬ ਨੂੰ ਬਦਲਣਾ ਹੈ। ਤਾਂ ਵੇਖਦੇ ਹਾਂ ਕਿਹਦੇ ਹੱਥ ਨਹੀਂ, ਬੋਲਣ ਲੱਗੇ ਹੋਏ ਆ ਸਾਰੇ। ਦੇਖਦਾ ਇਹ ਹੈ ਕਿ ਕੌਣ ਲਾਊਡ ਬੋਲ ਰਿਹਾ, ਬਲੇਮਿੰਗ ਕਰ ਰਹੇ ਆ ਜੀ। ਕੋਈ ਕਿਸੇ ਨੂੰ ਚੋਰ ਕਹਿ ਰਿਹਾ, ਉਹ ਕਹਿੰਦਾ
ਤੂੰ ਚੋਰ, ਉਹ ਕਹਿੰਦਾ ਤੇਰਾ ਪੇ ਚੋਰ, ਉਹ ਕਹਿੰਦਾ ਤੇਰਾ ਦਾਦਾ ਵੀ ਚੋਰ। ਜੀ। ਹੁਣ ਤਾਂ ਬਹੁਤ ਨੀਵੇਂ ਸਤਰ ਤੇ ਬੋਲ ਰਿਹਾ ਇੱਕ ਦੂਜੇ ਨੂੰ, ਗਾਲੀ ਗਲੋਚ ਤੱਕ ਮਤਲਬ ਕਰਦੇ ਆ। ਤੇ ਅਸੀਂ ਬੜੇ ਸਖਤ ਦੌਰ 'ਚੋਂ ਇਸ ਟਾਈਮ ਗੁਜ਼ਰ ਰਹੇ ਲੋਕ ਆ, ਖਾਸ ਤੌਰ ਤੇ ਪੰਜਾਬੀ ਜਿਹੜੇ ਆ ਜੀ। ਅਸੀਂ ਜੋ ਸਾਨੂੰ ਸਿਖਾਇਆ ਗਿਆ ਸੀ ਉਹ ਨਿਮਰਤਾ ਸਿਖਾਈ ਗਈ ਸੀ, ਮੁਹੱਬਤ ਸਿਖਾਈ ਗਈ ਸੀ, ਭਾਈਚਾਰਾ ਸਿਖਾਇਆ ਗਿਆ ਸੀ, ਉਹ ਬਿਲਕੁਲ ਹੀ ਭੁੱਲ ਗਏ ਆ। ਖਾਸ ਤੌਰ ਤੇ ਪੋਲੀਟੀਸ਼ੀਅਨਸ ਨੂੰ ਚਾਹੀਦਾ ਉਹ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਜਦੋਂ ਉਹ ਬੋਲਦੇ ਆ, ਫਰਜ਼ ਕਰ ਲਓ ਮੇਰੀ ਕੰਸਟੀਚੁਐਂਸੀ ਆ ਦਿੱਲੀ ਦੇ ਵਿੱਚ ਹੈ, ਉੱਥੇ 40-50 ਲੱਖ ਲੋਕ ਰਹਿੰਦੇ ਆ, ਲਾਰਜੈਸਟ ਹੈਗੀ ਆ। ਜਦੋਂ ਮੈਂ ਬੋਲਾਂ ਤੇ ਮੈਂ ਇਹ ਜ਼ਰੂਰ ਸੋਚਾਂ ਮੈਂ ਇੰਨੇ ਲੱਖ ਲੋਕਾਂ ਦੀ ਹੁਣ ਨੁਮਾਇੰਦਗੀ ਕਰ ਰਿਹਾ, ਮੈਂ ਉਹਨਾਂ ਦੀ ਜ਼ੁਬਾਨ ਆ। ਬਿਲਕੁਲ। ਤੇ ਜਦੋਂ ਪੰਜਾਬੀ ਬੋਲਣ ਤੇ ਉਦੋਂ ਇਹ ਸੋਚਣ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਨੂੰ ਨਿਰਾ ਲਈ ਜਾਣਾ ਜਾਂ ਇਲੈਕਸ਼ਨ 'ਚ ਗੁਰੂ ਯਾਦ ਆ ਜਾਣ, ਇਹ ਨਹੀਂ ਗੱਲ। ਗੁਰਾਂ ਦੀ ਫਲਸਫਾ ਇਹ ਸੀ ਕਿ ਨਿਮਰਤਾ, ਮੁਹੱਬਤ, ਭਾਈਚਾਰਾ, ਸਾਂਝੀਵਾਲਤਾ, ਜੀ, ਸਰਬੱਤ ਦਾ ਭਲਾ। ਬਿਲਕੁਲ। ਤੇ ਨਹੀਂ ਕੋਈ ਲੋੜ ਨਹੀਂ ਸੀ ਇੱਕ ਜਗ੍ਹਾ ਬੈਠ ਕੇ, ਉਹ ਵੀ ਕੋਈ ਆਪਣਾ ਜਗ੍ਹਾ ਬਣਾ ਲੈਂਦੇ ਸਥਾਨ ਉੱਥੇ ਵੀ, ਜਿੱਦਾਂ ਇੱਥੇ ਹੁੰਦਾ ਅੱਜ ਕੱਲ੍ਹ ਸੋ ਕਾਲਡ ਬਾਬੇ ਕਰਦੇ ਆ, ਉਹਨਾਂ ਨੇ ਪੈਦਲ ਚੱਲ ਕੇ ਪੂਰੀ ਦੁਨੀਆ ਦੇ ਵਿੱਚ ਮੁਹੱਬਤ ਦਾ, ਪੀਸ ਦਾ, ਅਮਨ ਦਾ ਮੈਸੇਜ ਦਿੱਤਾ। ਤੇ ਫਿਰ ਜੋ ਬੋਲਿਆ ਉਹਨਾਂ ਨੇ ਉਦਾਸੀਆਂ ਦੇ ਦੌਰਾਨ, ਉਹ ਫਿਰ ਪ੍ਰੈਕਟੀਕਲੀ ਕਰਤਾਰਪੁਰ ਸਾਹਿਬ ਆ ਕੇ ਕੀਤਾ ਕਿ ਕਿਰਤ ਕਰੋ ਜੀ, ਵੰਡ ਛਕੋ, ਤੇ ਫਾਈਨਲੀ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਨਾਮ ਜਪੋ। ਅਸੀਂ ਸਾਰਾ ਕੁਝ ਭੁੱਲ ਗਏ ਹਾਂ, ਬੁਰੀ ਹਾਲਤ ਹੈ। ਆਪਣੀ ਜਿਹੜੀ ਕੌਮ ਆਪਣਾ ਐਨਾਲਿਸਿਸ ਨਹੀਂ ਕਰਦੀ ਟਾਈਮ ਸਿਰ, ਜਿਹੜੀ ਕੌਮ ਨਿਮਰਤਾ ਦਾ ਪੱਲਾ ਛੱਡ ਦਿੰਦੀ ਆ, ਨਫ਼ਰਤ ਫੜ ਲੈਂਦੀ ਆ, ਜਿਹੜੀ ਕੌਮ ਹਉਮੈ ਜਾਂ ਹੰਕਾਰ ਦੇ ਵਸ ਪੈ ਜਾਂਦੀ ਜਾਂ ਆਪਣੇ ਆਪ 'ਤੇ ਹਾਵੀ ਕਰ ਦਿੰਦੀ ਆ, ਉਹਦੇ ਵਿੱਚ ਇਹੀ ਕਿਹਾ ਕਿ ਹਉਮੈ ਦੀਰਘ ਰੋਗ ਹੈ। ਇਹ ਐਸਾ ਰੋਗ ਹੈ, ਇਹ ਆਪਣਾ ਵੀ ਨੁਕਸਾਨ ਕਰਦਾ, ਮਾਸ਼ਰੇ ਦਾ ਵੀ ਨੁਕਸਾਨ ਕਰਦਾ। ਸੋ ਸੂਬਾ ਜਿਹੜਾ ਸਾਡਾ ਇੰਨਾ ਹਾਸ਼ੀ 'ਤੇ ਚਲੇ ਗਿਆ, ਨਾ ਅਸੀਂ ਪਾਣੀ ਬਚਾ ਸਕੇ, ਨਾ ਜਵਾਨੀ ਬਚਾ ਸਕੇ, ਜੋਬਸ ਸਾਡੇ ਕੋਲ ਨਹੀਂ ਹੈ, ਬੱਚੇ ਧੀਆਂ ਭੈਣਾਂ ਟੈਂਕੀਆਂ 'ਤੇ ਚੜੀਆਂ, ਕੋਈ ਕਿਤੇ ਡਾਂਗਾ ਮਾਰ ਰਿਹਾ, ਕੋਈ ਖਾ ਰਿਹਾ, ਕੋਈ ਗਾਲੀ ਗਲੋਚ ਕਰੀ ਜਾ ਰਿਹਾ। ਇਲੈਕਸ਼ਨਾਂ 'ਚ ਇਹਨਾਂ ਨੂੰ ਬਸ ਧਰਮ ਵੀ ਯਾਦ ਆ ਜਾਂਦਾ, ਗੁਰੂ ਵੀ ਯਾਦ ਆ ਜਾਂਦੇ, ਸਾਰਾ ਬੜੀ ਬੁਰੀ ਹਾਲਤ ਹੈ। ਜੇ ਪੰਜਾਬੀ ਸਲਾਹ ਕਰ ਲੈਣ ਆਪਸ ਵਿੱਚ, ਉਹ ਕਹਿਣ ਵੀ ਲੈ ਵੀ ਪੰਜਾਬ ਨੂੰ ਬਚਾਉਣਾ ਆ, ਇਹ ਅਸੀਂ ਬਚਾਉਣਾ ਹੈ ਲੋਕਾਂ ਨੇ। ਜਦੋਂ ਲੋਕ ਹੀ ਦੇਖਦੇ ਕਿ ਇਹਦੀ ਕਾਸਟ ਕਿਹੜੀ ਆ, ਇਹਦੀ ਪਾਰਟੀ ਕਿਹੜੀ ਆ, ਇਹਦਾ ਧਰਮ ਕਿਹੜਾ ਆ, ਇਹ ਕਿਹੜੇ ਧੜੇ ਦਾ ਬੰਦਾ ਆ, ਤੇ ਪਿੰਡ ਦੀ ਸਿਆਸਤ ਤੋਂ ਲੈ ਕੇ ਸੂਬੇ ਦੀ ਸਿਆਸਤ ਤੱਕ ਇਹੀ ਚੱਲ ਰਿਹਾ, ਉਦੋਂ ਫਿਰ ਉਨੀ ਦੇਰ ਤੱਕ ਇੱਦਾਂ ਹੀ ਰਹੇਗਾ। ਪਰ ਹੁਣ ਤਾਂ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਕੀ ਲੱਗਦਾ ਹੈ ਤੁਹਾਡੀ ਪਾਰਟੀ ਇਹ ਸਾਰੀਆਂ ਚੀਜ਼ਾਂ ਜਿਹੜੇ ਇਸ਼ੂ ਤੁਸੀਂ ਗਿਣਾ ਰਹੇ ਹੋ ਖਰੀ ਉਤਰ ਸਕਦੀ ਹੈ ਪੰਜਾਬ ਦੇ ਅੰਦਰ? ਤੁਸੀਂ ਦੇਖ ਲਓ ਕਿ ਇੰਡੀਆ ਨੂੰ, ਪੂਰੇ ਭਾਰਤ 'ਤੇ ਨਜ਼ਰ ਮਾਰੋ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸੁਰੱਖਿਅਤ ਰਹਿਣਾ ਚਾਹੀਦਾ, ਪ੍ਰੋਟੈਕਟ ਕਰਨ ਵਾਲਾ ਲੀਡਰ ਚਾਹੀਦਾ ਕੰਟਰੀ ਨੂੰ। ਜਿੱਦਾਂ ਦੇ ਹਾਲਾਤ ਪੜੋਸੀ ਮੁਲਕ ਦੀ ਵਜ੍ਹਾ ਕੋਈ ਪ੍ਰੋਬਲਮ ਸਾਡੀਆਂ ਚੱਲਦੀਆਂ ਰਹਿੰਦੀਆਂ, ਅਫਗਾਨਿਸਤਾਨ ਵਿੱਚ ਹੋਇਆ, ਚਾਈਨਾ ਸਾਡੇ ਖਿਲਾਫ ਸੀ, ਜੇ ਮੋਦੀ ਸਾਹਿਬ ਨਾ ਹੋਣ, 1 ਮਿੰਟ ਲਾਉਣਾ ਸੀ ਕਸ਼ਮੀਰ ਵੱਲ ਦੀ ਆਉਣ ਨੂੰ, ਔਰ ਪਲੈਨਿੰਗ ਸੀਗੀ ਉੱਥੇ, ਇਹ ਪਲੈਨਿੰਗ ਸੀਗੀ। ਔਰ ਜਦੋਂ ਸਾਰਾ ਉਹਨਾਂ ਨੇ ਫਾਈਨਲ ਕਰਨ ਦਾ ਕੁਛ, ਅਗਲੇ ਕਿ ਓਏ ਹੁਣ ਉਹ ਜ਼ਮਾਨਾ ਬਦਲ ਗਿਆ, ਉੱਥੇ ਮੋਦੀ ਬੈਠਾ ਜੋ, ਤੇ ਹੱਥ ਸੋਚ ਸਮਝ ਕੇ ਪਾਇਓ। ਸਭ ਤੋਂ ਪਹਿਲੀ ਗੱਲ ਤੇ ਕਿ ਉਸ ਬੰਦੇ ਨੇ ਘੁੰਮ ਕੇ ਪੂਰੀ ਦੁਨੀਆ ਦੇ ਵਿੱਚ ਸੁਰੱਖਿਆ ਬਾੜ ਕੀਤੀ ਆ, ਫਿਰ ਉਹਦੀ ਛਵੀ ਇੱਦਾਂ ਦੀ ਬਣੀ ਆ ਕਿ ਜਿਹੜਾ ਮੇਰੇ ਦੇਸ਼ ਵੱਲ ਅੱਖ ਮੈਲੀ ਕਰੂਗਾ ਉਹਦੀ ਅੱਖ ਸਲਾਮਤ ਨਹੀਂ ਰਹੂਗੀ। ਦੂਜਾ, ਸਿੱਖਾਂ ਬਾਰੇ ਉਹਨਾਂ ਨੇ ਕਦੀ ਬੁਰਾ ਨਹੀਂ ਸੋਚਿਆ, ਕਾਲੀ ਸੋਚੀ ਉਹਨਾਂ ਨੇ ਖਤਮ ਕੀਤੀ। 84 ਦੇ ਦੰਗਿਆਂ ਦੇ ਜਿਹੜਾ ਬੰਦਾ ਡਿੱਗ ਕੇ ਆਇਆ, ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਕਰੇ, ਔਰ ਮਾਫੀ ਮੰਗਣਾ ਪ੍ਰਾਈਮ ਮਿਨਿਸਟਰ ਦਾ, ਇਹ ਕਿੱਡੀ ਵੱਡੀ ਗੱਲ ਹੈ ਕਿ ਮੈਂ ਭਲੇ ਲਈ ਕੋਈ ਕਾਨੂੰਨ ਬਣਾਏ ਸੀ, ਸਮਝਣ ਤੇ ਸਮਝਾਉਣ ਵਿੱਚ ਜੇ ਕੋਈ ਗਲਤੀ ਰਹਿ ਗਈ ਹੈ ਤੇ ਮੈਂ ਮਾਫੀ ਮੰਗਦਾ। ਇਹ ਬੜੀ ਵੱਡੀ ਗੱਲ ਹੈ। ਜਿਨ੍ਹਾਂ ਨੇ 84 ਦੇ ਦੰਗੇ ਕਰਾਏ, ਜਿਨ੍ਹਾਂ ਨੇ ਐਡੇ ਕਤਲੋ ਗਾਰਤ ਕਰਵਾਈ, ਐਡਾ ਸਾਡਾ ਨੁਕਸਾਨ ਕੀਤਾ, ਉਹਨਾਂ ਨੇ ਅਜੇ ਤੱਕ ਮਾਫੀ ਨਹੀਂ ਮੰਗੀ। ਤੇ ਇਸ ਕਰਕੇ ਉਮੀਦ ਤਾਂ ਹੈ, ਅਗਰ ਬੀਜੇਪੀ ਆਵੇ, ਲੋਕਲ ਬੰਦੇ ਹੋਣ, ਬੰਦੇ ਚੱਜ ਦੇ ਚੁਣ ਲਓ, ਗੱਲ ਬੀਜੇਪੀ ਦੀ ਨਹੀਂ, ਬੀਜੇਪੀ 'ਚੋਂ ਵੀ ਚੱਜ ਦੇ ਬੰਦੇ ਚੁਣ ਲਓ ਜਿਹੜੇ ਝੂਠ ਨਾ ਬੋਲਣ, ਜਿਹੜੇ
ਜਿਹੜੇ ਸਿਆਸਤ ਨੂੰ ਬਿਜ਼ਨਸ ਨਾ ਬਣਾਉਣ। ਐਕਚੁਅਲੀ ਇਹ ਬਿਜ਼ਨਸ ਬਣ ਗਿਆ ਆ। ਦੁੱਕੀ ਦਾ ਬੰਦਾ ਹੁੰਦਾ ਉਹ ਪਤਾ ਨਹੀਂ ਕਿੱਦਾਂ ਅਰਬਾਪਤੀ ਬਣ ਜਾਂਦਾ। ਹਾਂ ਅਸੀਂ ਤਾਂ ਸਿਆਸਤ 'ਚ ਉੱਜੜੇ ਆ। ਮੈਂ ਸਿਆਸਤ 'ਚ ਹੁਣ ਮੈਂ ਸੋਚਦਾ ਨਾ ਯਾਰ ਸਾਡਾ ਤਾਂ ਅਸੀਂ ਉਸੇ ਤਰ੍ਹਾਂ ਹੀ ਹੈ। ਮਸਲਨ ਮੈਂ ਗਾਉਣ ਗੂਣ 'ਚ ਬਹੁਤ ਪੈਸੇ ਕਮਾਏ ਆ। ਮੈਂ ਉਹੀ ਗੱਲ ਕਰਨ ਲੱਗਿਆ ਸੀ ਵੀ ਜਦੋਂ ਤੁਸੀਂ ਪੈਸੇ ਕਮਾਏ, ਲੇਕਿਨ ਸਿਆਸਤ 'ਚ ਮੈਂ ਦੇਖਦਾ ਕੋਈ ਪੈਸੇ ਪੂਸੇ ਤਨਖਾਹ ਹੀ ਮਿਲਦੀ ਹੈ ਕੈਂਪੀ ਨੂੰ। ਤੇ ਜਿਹੜੇ ਇੰਨੀਆਂ ਜ਼ਮੀਨਾਂ ਇੰਨਾ ਕੁਝ ਬਣਾ ਲੈਂਦੇ, ਇਹਦਾ ਮਤਲਬ ਕਰਪਸ਼ਨ ਤਾਂ ਕਰਦੇ ਹੋਣਗੇ। ਇਹਦਾ ਮਤਲਬ ਉਹ ਜ਼ਿਆਦਾ ਫਿਰ ਕਹਿੰਦੇ ਮੈਂ ਪੰਜਾਬ ਬਚਾਉਣਾ, ਮੈਂ ਆਹ ਕਰਨਾ। ਗੱਲ ਸਿਰਫ ਇਹ ਆ ਕਿ ਉੱਤਰ ਕਾਟੋ ਮੈਂ ਚੜਾਂ। ਇੱਕ ਨੇ ਲੁੱਟਿਆ, ਦੂਸਰਾ ਦੁਬਾਰਾ ਡਬਲ ਲੁੱਟੇਗਾ। ਬੀਜੇਪੀ 'ਚ ਇਹ ਹੈਗਾ ਕਿ ਉਹ ਬੰਦਾ ਨਾ ਖਾਣ ਦਿੰਦਾ ਨਾ ਖਾਂਦਾ, ਨਾ ਸੌਣ ਦਿੰਦਾ ਨਾ ਸੌਂਦਾ, 18-19 ਘੰਟੇ ਕੰਮ ਕਰਦਾ। ਤੇ ਸਿਰਫ ਅੰਦੋਲਨ ਨੂੰ ਵਿੱਚੋਂ ਮਨਫੀ ਕਰ ਲਓ, ਬਾਕੀ ਕੋਈ ਦੱਸੋ ਉਹਦੇ 'ਤੇ ਕੋਈ ਐਸੀ ਗੱਲ ਹੋਈ। ਅੰਦੋਲਨ ਦੇ ਬਾਰੇ ਵੀ ਉਹਨਾਂ ਨੇ ਕਲੀਅਰ ਕਰਤਾ। ਜਦੋਂ ਐਡਾ ਵੱਡਾ ਬੰਦਾ ਹੋ ਕੇ ਹੱਥ ਹੀ ਜੋੜ ਲਵੇ ਤੇ ਆਪਾਂ ਗੁਰੂਆਂ ਨੂੰ ਜੇ ਸੱਚੀ ਮੁੱਚੀ ਮੰਨਦੇ ਆ ਤਾਂ ਆਪਾਂ ਨੂੰ ਕਹਿਣਾ ਚਾਹੀਦਾ ਯਾਰ ਸਾਡਾ ਪ੍ਰਾਈਮ ਮਿਨਿਸਟਰ ਹੈ। ਪਰ ਕਈ ਕਹਿੰਦੇ ਵੀ ਚੋਣਾਂ ਆ ਰਹੀਆਂ ਸੀ ਨੇੜੇ ਤਾਂ ਕਰਕੇ ਵਾਪਸ ਲਏ ਨੇ ਕਿ ਸਾਨੂੰ ਕਿਤੇ ਡੈਂਟ ਨਾ ਵੱਜ ਜਾਵੇ। ਕੀ ਲੱਗਦਾ ਕਿ ਹੁਣ 84 ਤੋਂ ਬਾਅਦ ਕਿੰਨੀਆਂ ਚੋਣਾਂ ਆਈਆਂ, ਕਿੰਨਿਆਂ ਕੁ ਨੇ ਆ ਕੇ ਨੱਕ ਰਗੜਿਆ ਇੱਥੇ। ਹਾਂ ਦੱਸੋ ਨਾ, ਉਹਨਾਂ ਨੂੰ ਕਦੀ ਇਹਨਾਂ ਨੂੰ ਸਵਾਲ ਕਰੋ ਕਿ ਤੁਸੀਂ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ, ਸਾਨੂੰ ਇੰਨਾ ਮਾਰਿਆ, ਮਤਲਬ ਮੈਂ ਵੀ ਕਿੱਦਾਂ ਜਿੰਦਾ, ਇਹ ਕ੍ਰਿਸ਼ਮਾ ਹੀ ਆ ਕੁਦਰਤ ਦਾ। ਜਿਹੜਾ ਵੀ ਸੱਚਾ ਬੰਦਾ ਬੋਲਣ ਵਾਲਾ ਉਹਨੂੰ ਅੱਧਾ ਮਿੰਟ ਲਾਉਂਦੇ ਸੀ। ਤੇ ਇਸ ਕਰਕੇ ਗੱਲ ਤੇ ਇਹ ਆ ਕਿ ਜਿਸ ਵਜ੍ਹਾ ਨਾਲ ਵੀ ਮੰਗੇ ਮਤਲਬ ਹੈ ਤਾਂ ਹੈ ਨਾ ਬੰਦੇ 'ਚ ਇੱਕ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਇਹ ਗੱਲ ਮੰਨ ਲੈਣੀ ਬੜੀ ਵੱਡੀ ਗੱਲ ਹੈ। ਜਦੋਂ ਤੁਸੀਂ ਗਾਇਕੀ ਦੇ ਅੰਦਰ ਸੀ ਉੱਥੇ ਤਾੜੀਆਂ ਦੇ ਨਾਲ ਬੰਦੇ ਨਵਾਜਦੇ ਨੇ, ਪਰ ਰਾਜਨੀਤੀ 'ਚ ਆਉਣ ਦੇ ਨਾਲ ਖੱਟੀਆਂ ਮਿੱਠੀਆਂ ਵੀ ਸੁਣਨੀਆਂ ਪੈਂਦੀਆਂ ਵਿਰੋਧੀਆਂ ਦੀਆਂ। ਜੀ ਕਦੀ ਮਨ ਦੇ ਵਿੱਚ ਆਇਆ ਤੁਹਾਨੂੰ ਕਿ ਗਲਤੀ ਹੋ ਗਈ, ਆਉਣਾ ਨਹੀਂ ਸੀ ਚਾਹੀਦਾ? ਕਦੀ ਨਹੀਂ। ਜਿੱਥੋਂ ਮੈਂ ਚੁਣਿਆ ਗਿਆ ਉੱਥੇ ਹੁਣ ਵੀ ਤਾੜੀਆਂ ਹੀ ਵੱਜਦੀਆਂ। ਬੰਦਾ ਚਾਹੁੰਦਾ ਹੁੰਦਾ ਮੇਰੇ ਘਰ ਦੇ ਮਾਰਨ ਤਾੜੀਆਂ, ਉੱਥੋਂ ਨਹੀਂ ਕਈ ਵਾਰੀ ਵੱਜਦੀਆਂ। ਜਿੱਥੋਂ ਬੰਦਾ ਚਾਹੁੰਦਾ ਮੈਨੂੰ ਮੁਹੱਬਤ ਮਿਲੇ। ਮੁਹੱਬਤ ਇੱਕ ਐਸੀ ਚੀਜ਼ ਆ, ਕਹਿੰਦੇ ਮੁੱਲ ਵਿਕਦਾ ਸੱਜਣ ਮਿਲ ਜਾਵੇ ਤੇ ਲੈ ਲਵਾਂ ਮੈਂ ਜਿੰਦ ਵੇਚ ਕੇ। ਬੰਦਾ ਚਾਹੁੰਦਾ ਜਿੱਥੇ ਮੈਂ ਜੰਮਿਆ ਪਲਿਆ ਮੇਰੇ ਆਪਣੇ ਲੋਕ ਉਹ ਵੀ ਮੇਰੀ ਵਾਹ ਕਰਨ। ਐਸਾ ਨਹੀਂ ਹੋ ਪਾਉਂਦਾ। ਜਿੱਥੋਂ ਮੈਂ ਨਹੀਂ ਜੰਮਿਆ ਕਹਿਣ ਨੂੰ ਮੇਰੇ ਕੁਛ ਨਹੀਂ ਉਹ ਲੱਗਦੇ। ਮਲਾਲ ਹੈ ਵੈਸੇ ਇਸ ਗੱਲ ਦਾ ਵੀ? ਕੋਈ ਮਲਾਲ ਨਹੀਂ ਵੀ ਪੰਜਾਬ ਦੇ ਲੋਕਾਂ ਨੇ ਨਹੀਂ ਕੋਈ ਮਲਾਲ ਨਹੀਂ। ਉਦੋਂ ਨਵੇਂ ਸੀਗੇ ਬੰਦੇ, ਨਹੀਂ ਉਹਨਾਂ ਨੂੰ ਹੋਏਗਾ ਯਕੀਨ। ਕੋਈ ਗੱਲ ਨਹੀਂ, ਜੇ ਮੈਨੂੰ ਮਲਾਲ ਹੋਵੇ ਮੈਂ ਬਾਰ-ਬਾਰ ਪੰਜਾਬ ਦੀ ਗੱਲ ਹੀ ਕਿਉਂ ਕਰਾਂ ਉੱਥੇ ਬੈਠ ਕੇ। ਕੋਈ ਮਲਾਲ ਨਹੀਂ ਮੈਨੂੰ। ਉਹ ਕਹਿੰਦਾ ਆਈ ਹੇਟ ਯੂ, ਅਗਲਾ ਕਹਿੰਦਾ ਆਈ ਲਵ ਯੂ। ਉਹਨਾਂ ਆਪਣੀ ਫਿਤਰਤ ਹੈ, ਮੇਰੀ ਆਪਣੀ ਫਿਤਰਤ। ਸਹੀ ਹੈ। ਉਹ ਗਾਲੀਆਂ ਕੋਈ ਕੱਢੇ ਕੋਈ ਕੁਛ ਕਹੀ ਜਾਵੇ, ਫਕੀਰਾਂ ਨੇ ਦੁਆ ਹੀ ਦੇਣੀ ਹੁੰਦੀ ਹੈ, ਭਲਾ ਹੋਵੇ ਭਲਾ ਹੋਵੇ ਭਲਾ ਹੋਵੇ, ਬਸ ਇਸ ਤੋਂ ਜ਼ਿਆਦਾ ਨਹੀਂ ਕਹਿਣਾ। ਇਸ ਤੋਂ ਜ਼ਿਆਦਾ ਉਹਨਾਂ ਨੂੰ ਸਿਖਾਇਆ ਹੀ ਨਹੀਂ ਜਾਂਦਾ। ਬਹੁਤ ਸਾਰੇ ਵੱਡੇ ਚਿਹਰੇ ਬੀਜੇਪੀ 'ਚ ਆਏ ਵੀ ਨੇ, ਹੋਰ ਆਉਣਗੇ ਕਿਉਂਕਿ ਸਿਰਸਾ ਹੋਣੀ ਆ ਗਏ ਨੇ। ਮਹਾਰਾਜ ਮੇਰੀ ਤਾਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਬੰਦਾ ਨਹੀਂ ਗਿਣਦਾ, ਇੱਕ ਛੋਟਾ ਜਿਹਾ ਕਾਰਿਆਕਰਤਾ ਜਾਂ ਵਰਕਰ ਸਮਝਦਾ ਆਪਣੀ ਬੀਜੇਪੀ ਪਾਰਟੀ। ਮੈਨੂੰ ਫੋਨ ਸੁਣਨੇ ਮੁਸ਼ਕਿਲ ਹੋ ਗਿਆ। ਇੰਨੇ ਵੱਡੇ ਬੰਦਿਆਂ ਦੇ ਫੋਨ ਆ ਰਹੇ ਆ, ਸਾਬਕਾ ਵਜ਼ੀਰਾਂ ਦੇ, ਮਿਨਿਸਟਰ ਵੀ ਉਹ ਬੀਜੇਪੀ 'ਚ ਆਉਣ ਨੂੰ। ਯੈਸ ਓਕੇ। ਹਾਂ, ਬਿਕੋਜ਼ ਦੇ ਨੋਜ਼ ਕਿ ਦੇ ਆਰ ਵਿਨਰ। ਵਿਨਿੰਗ ਨਾਲ ਆਪਣਾ ਪੰਜਾਬੀਆਂ ਦਾ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੋਈ ਮਤਲਬ ਐਂਟਰੀਆਂ ਵੱਜ ਸਕਦੀਆਂ ਬੀਜੇਪੀ? ਵੱਜ ਹੀ ਰਹੀਆਂ, ਰੋਜ਼ ਹੀ ਵੱਜ ਰਹੀਆਂ। ਦੇਖੋ ਤੁਹਾਡੇ ਚੈਨਲਾਂ ਤੇ ਹੀ ਆਉਂਦਾ ਕੋਈ ਨਾ ਕੋਈ ਬੰਦਾ। ਬਿਲਕੁਲ। ਕਾਂਗਰਸ 'ਚੋਂ ਰਾਣਾ ਗੁਰਮੀਤ ਸੋਢੀ ਆਏ ਸੀ। ਨਹੀਂ ਇੱਕ ਥੋੜੀ ਹੈ, ਬਥੇਰੇ ਆਏ, ਹੋਰ ਆ ਰਹੇ ਆ ਰੋਜ਼ ਹੀ, ਮਤਲਬ ਆ ਰਿਹਾ ਕੋਈ ਨਾ ਕੋਈ। ਸੁਣਨ 'ਚ ਇਹ ਵੀ ਆ ਰਿਹਾ ਕਿ ਮੋਦੀ ਸਾਹਿਬ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਗੱਫੇ ਵੰਡਣ ਜਾ ਰਹੇ ਨੇ ਕੁਝ ਵੱਡੇ। ਪੰਜਾਬ ਲਈ ਅੱਛਾ ਸੋਚਣਗੇ ਤਾਂ ਪੰਜਾਬੀਆਂ ਦਾ ਸੁਭਾਅ ਆ, ਉਹ ਬਹੁਤ ਜ਼ਿਆਦਾ ਤੇਜ਼ ਕਰਦੇ ਆ ਤੇ ਉਹਨਾਂ ਨੇ ਕਰਨਾ ਹੀ ਆ। ਉਹ ਪੰਜਾਬ ਲਈ, ਉਹ ਪੰਜਾਬ 'ਚ ਰਹੇ, ਉਹਨਾਂ ਨੂੰ ਪਤਾ ਪੰਜਾਬੀਆਂ ਦੀ ਸਾਈਕੀ। ਤਦੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਸਖਤੀ ਨਾਲ ਨਹੀਂ ਪੇਸ਼ ਆਉਣਾ। ਮੈਂ ਸਿੱਖਾਂ ਨਾਲ ਪੰਜਾਬੀਆਂ ਨਾਲ ਕੋਈ ਐਸਾ ਬਿਹੇਵ ਨਹੀਂ ਕਰਨਾ ਚਾਹੁੰਦਾ। ਇਹ ਵੀ ਗੱਲ ਚੱਲ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਆ ਰਿਹਾ। ਕੁਛ ਵੀ ਮਿਲੇ, ਮੈਂ ਤਾਂ ਕਹਿੰਦਾ ਚੰਡੀਗੜ੍ਹ ਹੈ ਹੀ ਪੰਜਾਬ ਦਾ ਸੀ। ਪੰਜਾਬ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਜੀ। ਐਡਾ ਸੋਹਣਾ ਸ਼ਹਿਰ ਬਣਾ ਕੇ ਤੁਹਾਨੂੰ ਵੰਡ ਦਿੱਤਾ। ਜੇ ਮਿਲ ਜਾਏ ਹੋਰ ਕੀ ਚਾਹੀਦਾ। ਹਰ ਬੰਦੇ ਦਾ ਸੁਪਨਾ ਜੀ ਇਹ ਹੁੰਦਾ ਕਿ ਯਾਰ ਚੰਡੀਗੜ੍ਹ ਥੋੜ੍ਹਾ ਜਿਹਾ
ਘਰ ਬਣ ਜਾਣਾ ਤਾਂ ਬਹਿ ਜਾ ਹੋ ਜਾ। ਖੂਬਸੂਰਤ ਹੈ ਨਾ, ਲੈਸ ਪੋਲਿਊਟਡ ਹੈ, ਪਲੈਨਿੰਗ ਨਾਲ ਬਣਿਆ ਹੋਇਆ। ਹੁਣ ਉਹ 5 ਲੱਖ ਲਈ ਰਹਿਣ ਵਾਲਾ ਘਰ ਸੀਗਾ, ਘਰ ਨਹੀਂ ਟਾਊਨ ਸੀਗਾ ਬਣਾਇਆ। ਜੀ ਜੀ। ਉਹ ਟਾਊਨਸ਼ਿਪ ਜਾਂ ਉਹ ਸ਼ਹਿਰ ਜਾਂ ਉਹ ਨਗਰ ਜਿਹਨੂੰ ਚੰਡੀਗੜ੍ਹ ਅਸੀਂ ਕਹਿੰਦੇ ਆ, 5 ਲੱਖ ਲਈ ਉਹ ਡਿਜ਼ਾਈਨਡ ਸੀਗਾ। ਉੱਥੇ 15 ਲੱਖ ਹੁਣ ਰਹਿ ਰਿਹਾ, ਗਾਹ ਪੈ ਗਿਆ, ਪੂਰਾ ਗਾਹ ਪੈ ਗਿਆ ਜੀ। ਉਹ ਤੇ ਐਡਾ ਸੋਹਣਾ ਸ਼ਹਿਰ ਹੈ, ਹੋਰ ਜੇ ਮਿਲ ਜਾਏ ਤਾਂ ਆਪਣੀ ਲਾਟਰੀ ਹੈ। ਸਹੀ ਹੈ। ਬਹੁਤ ਸਾਰੇ ਫਨਕਾਰ ਗਾਇਕੀ ਦੇ ਖੇਤਰ 'ਚ ਤੁਹਾਨੂੰ ਆਪਣਾ ਗੁਰੂ ਮੰਨਦੇ ਨੇ, ਰਾਜਨੀਤੀ ਦੇ ਖੇਤਰ 'ਚ ਤੁਸੀਂ ਵੀ ਕਿਸੇ ਨੂੰ ਗੁਰੂ ਧਾਰਿਆ? ਹਾਂਜੀ, ਮੈਨੂੰ ਜਿਹੜੇ ਸਿਆਸਤ 'ਚ ਲੈ ਕੇ ਆਏ ਉਹ ਮੈਂ ਉਹਨਾਂ ਨੂੰ ਗੁਰੂ ਹੀ ਮੰਨਦਾ ਹਾਂ। ਤੇ ਲੇਕਿਨ ਸਿਆਸਤ 'ਚ ਲੋਕੀ ਗੁਰੂ ਨੂੰ ਯਾਦ ਨਹੀਂ ਰੱਖਦੇ। ਥੈਂਕਲੈਸ ਜੀ ਲਾਈਨ ਹੈ ਇਹ। ਤੇ ਸਿੰਗਿੰਗ ਵਿੱਚ ਜਾਂ ਰੂਹਾਨੀਅਤ ਵਿੱਚ ਇੱਕ ਵਾਰੀ ਜਿਹਨੂੰ ਗੁਰੂ ਮੰਨ ਲਓ ਤੇ ਉਹ ਫਿਰ ਉਹਦੇ ਅੱਗੇ ਸਿਰ ਨਹੀਂ ਚੁੱਕਦੇ, ਨਜ਼ਰਾਂ ਵੀ ਨਹੀਂ ਮਿਲਾਈਆਂ ਜਾਂਦੀਆਂ, ਸਰੈਂਡਰ ਕਰ ਦਿੰਦੇ ਆ। ਤੇ ਜਿਹੜੇ ਮੈਂ ਵੈਸੇ ਆਪਣੇ ਆਪ ਨੂੰ ਡਿਸਾਈਪਲ ਹੀ ਸਮਝਦਾ ਹਾਂ, ਮੁਰੀਦ ਸਮਝਦਾ, ਚੇਲਾ ਮੈਂ ਵਧੀਆ ਹਾਂ। ਮੈਂ ਇਹਦੇ ਸਟੂਡੈਂਟ ਬਣ ਕੇ ਮੈਨੂੰ ਜ਼ਿਆਦਾ ਮਜ਼ਾ ਆਉਂਦਾ। ਬਿਲਕੁਲ। ਸਿਆਸੀ ਸਟੇਜਾਂ 'ਤੇ ਜਾ ਕੇ ਤਕਰੀਰਾਂ ਤੁਸੀਂ ਕਰਦੇ ਰਹਿੰਦੇ ਹੋ, ਯਾਦ ਕਰਦੇ ਹੋ ਗਾਇਕੀ ਦੀ ਸਟੇਜ ਹੁਣ? ਯਾਦ ਕਰਨਾ, ਸੰਗੀਤ ਮੇਰੀ ਜ਼ਿੰਦਗੀ ਹੈ। ਕਿਉਂਕਿ ਮੈਨੂੰ ਜਿਹੜੀ ਵੀ ਸਟੇਜ ਮਿਲੀ ਘੱਟ ਮਿਲ ਰਿਹਾ, ਮੈਨੂੰ ਜਿਹੜੀ ਵੀ ਸਟੇਜ ਮਿਲੀ ਉਸ ਸਟੇਜ ਕਰਕੇ ਮਿਲੀ ਹੈ। ਇਸ ਕਰਕੇ ਮੈਨੂੰ ਸੰਗੀਤ ਤਾਂ ਗੁਣਗੁਣਾਉਂਦਾ ਰਹਿਣਾ, ਗਾਉਂਦਾ ਰਹਿਣਾ, ਸੁਣਦਾ ਰਹਿਣਾ। ਇਹ ਥੋੜ੍ਹੀ ਹੈ ਕਿ ਮੈਂ ਸਿਆਸਤ 'ਚ ਆ ਗਿਆ ਅਤੇ ਮੇਰੀ ਫਿਤਰਤ ਬਦਲ ਗਈ ਹੈ। ਮੈਂ ਸੰਗੀਤਕਾਰ ਹਾਂ ਔਰ ਮੈਂ ਖੁਸ਼ਨਸੀਬ ਹਾਂ, ਮੈਂ ਸੰਗੀਤਕਾਰ ਹਾਂ। ਔਰ ਜਿਹੜਾ ਸੰਗੀਤ ਸੁਣਦਾ ਉਹ ਵੀ ਖੁਸ਼ਨਸੀਬ ਹੁੰਦਾ। ਮੈਂ ਤਾਂ ਖੁਦ ਸੰਗੀਤਕਾਰ ਹਾਂ। ਠੀਕ ਹੈ। ਤੇ ਅਖੀਰ 22 ਲਈ ਕੀ ਕਹਿਣਾ ਚਾਹੋਗੇ? ਕਿੱਦਾਂ ਦੀ ਤਿਆਰੀ ਹੈ 22 ਲਈ? ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਨੇਤਾ ਜੀ ਜਿਹੜੇ ਮੇਰੇ, ਦੇਖੋ ਮੈਨੂੰ ਮੁਰਦੇ 'ਚ ਜਾਨ ਤਾਂ ਬੀਜੇਪੀ ਨੇ ਪਾਈ ਆ, ਮੈਨੂੰ ਤਾਂ ਵੈਸੇ ਸਿਆਸੀ ਪਾਰਟੀਆਂ ਨੇ ਮਾਰ ਹੀ ਦਿੱਤਾ ਸੀ। 10-12 ਸਾਲ ਚੰਗਾ ਰੂਹ ਨਾ ਰੋਲਿਆ। ਅਗਰ ਮੈਨੂੰ ਜ਼ਿੰਦਾ ਕੀਤਾ ਤੇ ਮੋਦੀ ਸਾਹਿਬ ਨੇ ਕੀਤਾ, ਬੀਜੇਪੀ ਨੇ ਕੀਤਾ। ਮੋਦੀ ਸਾਹਿਬ ਨੇ ਖੁਦ ਬੁਲਾ ਕੇ ਮੈਨੂੰ ਜੁਆਇਨ ਕਰਾਇਆ। ਮਾਣਯੋਗ ਅਮਿਤ ਸ਼ਾਹ ਸਾਹਿਬ ਜੁਆਇਨਿੰਗ 'ਚ ਘੱਟ ਹੁੰਦੇ, ਮੇਰੀ ਵਾਰੀ ਸੀਗੇ ਤੇ ਉਹਨਾਂ ਨੇ ਆਪ ਕੀਤਾ। ਔਰ ਦੇਖੋ ਪਹਿਲਾਂ ਕਮਿਸ਼ਨ ਚੇਅਰਮੈਨ, ਉਹ ਵੀ ਕੈਬਨਿਟ ਦਾ ਦਰਜਾ ਸੀ। ਫਿਰ ਉਹਨਾਂ ਨੇ, ਮੈਂ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਰਾਜ ਸਭਾ 'ਚ ਲੈ ਜਾਓ। ਉਹਨੇ ਕਿਹਾ ਨਾ ਯਾਰ, ਇਹ ਤਾਂ ਤੂੰ ਵਾਰੀਅਰ ਆ ਯਾਰ, ਲੜ ਕੇ ਆ, ਇਲੈਕਟ ਹੋ ਕੇ ਆ, ਸਿਲੈਕਟ ਹੋ ਕੇ ਨਾ। ਮੈਂ ਕਿਹਾ ਜੀ ਹੈ ਤਾਂ ਮੈਂ ਵਾਰੀਅਰ ਹਾਂ, ਮੈਂ ਤਾਂ ਅਰਤੁਲ ਗਾਜ਼ੀ ਨੂੰ ਮੰਨਣ ਵਾਲਾ ਬੰਦਾ ਤੇ ਮੈਂ ਤਾਂ ਬਾਬਾ ਬਾਜਾਂ ਵਾਲੇ ਬਾਪੂ ਦਾ ਸੇਵਕ ਹਾਂ ਤੇ ਉਹਨਾਂ ਦੇ ਅਸੀਂ ਬਚੜੇ ਹਾਂ। ਤੇ ਬਗੈਰਤ ਤਾਂ ਮੈਂ ਹੈ ਨਹੀਂ ਗਾ, ਲੇਕਿਨ ਮੈਨੂੰ ਜਿੱਤਣ ਨਹੀਂ ਦਿੰਦੇ, ਕਹਿੰਦੇ ਜਿੱਤਾਂਗੇ ਆਪਾਂ। ਦੇਖ ਲਓ ਕਿ ਰਿਕਾਰਡ ਬਣਿਆ, ਇੰਡੀਆ ਦੇ ਵਿੱਚ ਰਿਕਾਰਡ ਬਣਿਆ। ਇੰਨੇ ਮਾਰਜਨ ਨਾਲ ਮੈਨੂੰ ਨਹੀਂ ਲੱਗਦਾ ਕੋਈ ਜਿੱਤਿਆ ਹੋਏਗਾ। ਤੇ ਇਸ ਕਰਕੇ ਮੈਨੂੰ ਇਹੀ ਮੇਰੀ ਹੈਗੀ ਕਿ ਮੈਨੂੰ ਤਾਂ ਮੇਰੀ ਪਾਰਟੀ ਔਰ ਮੇਰਾ ਲੀਡਰ ਬੜਾ ਪਿਆਰਾ ਹੈ। ਲੋਇਲ ਰਹਿਣਾ ਚਾਹੀਦਾ, ਵਫਾ ਕਰਨੀ ਚਾਹੀਦੀ ਹੈ ਜਿਸ ਵੀ ਜਮਾਤ ਨਾਲ ਤੁਰੋ। ਇਹ ਨਹੀਂ ਕਿ ਤੁਰੋ ਕਿਸੇ ਹੋਰ ਜਮਾਤ ਨਾਲ, ਵਫਾ ਕਿਤੇ ਹੋਰ ਕਰੀ ਜਾਓ। ਤੇ ਮੈਂ ਤਾਂ ਇਹ ਚਾਹਾਂਗਾ ਕਿ ਬੀਜੇਪੀ ਦਾ ਰਾਜ ਆਵੇ। ਸਾਰਿਆਂ ਨੇ ਤੁਸੀਂ ਦੇਖ ਲਿਆ, ਬੀਜੇਪੀ ਦੀ ਐਵੇਂ ਆਟੇ 'ਚ ਲੂਣ ਵਾਂਗੂ ਹੀ ਹੁੰਦੀ ਸੀ ਜਦੋਂ ਅਕਾਲੀ ਦਲ ਨਾਲ ਸੀਗੀ। ਪ੍ਰੋਪਰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। 60 ਸੀਟਾਂ ਇੱਕ ਦੀਆਂ, 20-10 ਇੱਕ ਦੀਆਂ, ਉਹ ਵੀ 5-10 ਹੀ ਆਉਂਦੀਆਂ ਸੀ ਮੇਰਾ ਖਿਆਲ। ਤੇ ਉਹਦੇ ਨਾਲ ਮਜ਼ਾ ਨਹੀਂ ਆਇਆ। ਫੁੱਲ ਫਲੈਸ਼ ਇੱਕ ਵਾਰੀ ਜਸਟ ਚੈੱਕ ਕਰ ਲਓ। ਪਰ ਕਿਤੇ ਇਹ ਵੀ ਚਰਚਾ ਚੱਲ ਰਹੀ ਹੈ ਅਕਾਲੀ ਦਲ ਫਿਰ ਗੱਠਜੋੜ ਹੋ ਸਕਦਾ ਬੀਜੇਪੀ ਦਾ? ਪਤਾ ਨਹੀਂ ਮੈਨੂੰ, ਇਹ ਲੈਵਲ ਮੇਰਾ ਨਹੀਂ ਗਾ। ਇਸ ਲੈਵਲ ਤਾਈਂ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਹੁੰਦੀ। मेरी तो ये हालत है कि बाज़ार से गुज़रे हैं, बाज़ार से गुज़रे हैं, ख़रीदार नहीं हैं हम, दुनिया में रहते हैं, तलबकार नहीं हैं हम। मैं तबीयत इन्ना बोझ नहीं पाता कौन किधर जा रहा किधर आ रहा। मैं इन्ना बोझ जरूर रखदा कि जे मैं बीजेपी च हाँ तो मैं बीजेपी लिए लोयल रवां, जे मैं पहला किसी होर पार्टी सी तो वो लिए भी वफादार रवां। मैं टिकया नहीं उदों भी तो हुण भी। तो जे पार्टियां मैनू डिच करन फिर मेरा सुभाव तुहानूं पता ही है। ਆਪਾਂ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆਗਿਆ ਬਖਸ਼ੋ ਗੁਨਾਹਗਾਰ ਨੂੰ ਦਾਸ। ਅੱਛਾ, ਮੋਦੀ ਹੁਣਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਤੁਹਾਡੀ? ਪੀਐਮ ਅਕਸਰ ਹੁੰਦੀ ਰਹਿੰਦੀ। ਮੈਂ ਫੋਟੋ ਵੇਖ ਰਿਹਾ ਸੀ ਤੁਹਾਡੀ, ਉਹ ਲੱਗੀ ਉਹ। ਹਾਂਜੀ, ਕੀ ਭੇਂਟ ਕਰ ਰਹੇ? ਫੋਟੋ ਤਾਂ
ਇਹ ਮੇਰੀ ਬਾਇਓਗ੍ਰਾਫੀ ਛਪੀ ਹੈ, ਅੱਛਾ ਜੀ। ਇਹ ਇੰਗਲੈਂਡ 'ਚ ਛਪੀ ਹੈ। ਅੱਛਾ। ਪ੍ਰੀਤਿੰਦਰ ਢਿੱਲੋਂ ਸਾਹਿਬਾ ਹੈ, ਸਾਡੇ ਪਿੰਡਾਂ ਦੀ ਬੜੀ ਪਿਆਰੀ ਬੱਚੀ ਹੈ ਔਰ ਬੜੇ ਸਤਿਕਾਰਯੋਗ, ਬਹੁਤ ਵੱਡੇ ਜ਼ਿਮੀਂਦਾਰਾਂ ਦੀ ਕੁੜੀ ਹੈ, ਵੈਲ ਰੈਡ। ਓਕੇ। ਸ਼ੀ ਇਜ਼ ਲਾਈਕ ਫਿਲਾਸਫਰ। ਤੇ ਉਹਨਾਂ ਨੇ ਮੇਰੀ ਲਾਈਫ ਸਾਰੀ ਐਟ ਡਿਸਟੈਂਸ ਦੇਖੀ ਸੀ, ਅੱਛਾ। ਕਿਉਂਕਿ ਸਾਡੇ ਇੱਕੋ ਹੀ ਪਿੰਡ ਆ। ਉਹਨੇ ਦੇਖਿਆ ਵੀ ਕਿੱਥੋਂ ਉੱਠ ਕੇ ਬੰਦਾ ਕਿੰਨਾ ਅਚੀਵ ਕੀਤਾ, ਕਿੰਨੀ ਜਹਿਦ ਕੀਤੀ। ਉਹ ਫਿਰ ਉਸ ਕਿਤਾਬ ਦਾ ਨਾਮ ਰੱਖਿਆ ਰੈਗਸ ਟੂ ਰਾਗਾ, ਤੇ ਉਹ ਬੁੱਕ ਰਿਲੀਜ਼ ਕਰਾਈ ਸੀ। ਅੱਛਾ, ਪੀਐਮ ਮੋਦੀ ਹੋਣਾ ਨੇ ਕੀਤੀ ਸੀ? ਹਾਂਜੀ ਹਾਂਜੀ, ਉਹਨਾਂ ਨੂੰ ਭੇਟ ਕੀਤੀ ਸੀ। ਓਕੇ, ਠੀਕ ਹੈ ਜੀ। ਰਾਸ਼ਟਰਪਤੀ ਜੀ ਨੂੰ ਵੀ ਭੇਟ ਕੀਤੀ ਸੀ। ਵੈਸੇ ਜਦੋਂ ਪਿੱਛੇ ਨੂੰ ਝਾਤੀ ਮਾਰਦੇ ਹੋ, ਅੱਜ ਹਾਂਜੀ। ਇੱਥੋਂ ਤੱਕ ਪਹੁੰਚੇ ਹੋ, ਕਿਵੇਂ ਦਾ ਲੱਗਦਾ? ਉਹ ਵੀ ਅੱਛਾ ਸੀ। ਜਿਹੜਾ ਬੰਦਾ ਪਿੱਛੇ ਨੂੰ ਝਾਤੀ ਮਾਰਦਾ ਜਾਂ ਪਿਛੋਕੜ ਯਾਦ ਰੱਖਦਾ, ਉਹ ਜ਼ਰਾ ਧਰਤੀ 'ਤੇ ਰਹਿੰਦਾ, ਉਹਦਾ ਦਿਮਾਗ ਖਰਾਬ ਨਹੀਂ ਹੁੰਦਾ। ਤੇ ਜਿਹੜਾ ਬੰਦਾ ਪਿਛੋਕੜ ਭੁੱਲ ਜਾਂਦਾ, ਉੱਚੀਆਂ ਹਵਾਵਾਂ 'ਚ ਹੋ ਜਾਂਦਾ। ਤੇ ਮਾਲਕ ਨੂੰ ਹਉਮੈ ਨਹੀਂ ਪਸੰਦ, ਹੰਕਾਰ ਨਹੀਂ ਪਸੰਦ। ਨਿਵੇਂ ਸੋ ਗੌਰਾ ਹੋਏ, ਇਹ ਸਿਖਾਇਆ ਸਾਡੇ ਬਜ਼ੁਰਗਾਂ ਨੇ। ਤੇ ਇਹਦੇ 'ਤੇ ਅਗਰ ਰਵਾਂਗੇ, ਬਹੁਤਾ ਪੜ੍ਹੇ ਦਾ ਮਾਣ ਕਰੀ ਨਾ, ਮੱਤ ਆਖੀ ਮੈਂ ਪੜ੍ਹਿਆ। ਉਹ ਕਹਾਰ ਜੱਬਾਰ ਕਹਾਵੇ, ਮਤੇ ਰੋੜ ਦੇਵੇ ਦੁੱਧ ਕੜਿਆ। ਬਾਦਸ਼ਾਹਾਂ ਥੀ ਭੀਖ ਮੰਗਾਵੇ, ਤੇ ਤਖਤ ਬਹਾਵੇ ਘਾਈ। ਕੁਝ ਪਰਵਾਹ ਨਹੀਂ ਘਰ ਉਸ ਦੇ, ਦਾਇਮ ਬੇਪਰਵਾਹੀ। ਮੈਂ ਦੇਖੇ ਬੜੇ ਡਿਕਟੇਟਰ, ਬੜੇ ਬਾਦਸ਼ਾਹ ਰੁਲਦੇ ਦੇਖੇ। ਮੈਂ ਦੇਖਿਆ ਘਾਈਆਂ ਦੇ ਪੁੱਤ ਬਾਦਸ਼ਾਹ ਬਣੇ। ਠੀਕ ਹੈ ਹੰਸ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਸ਼ੁਕਰੀਆ, ਚੰਗਾ ਲੱਗਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।